ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਇੱਕ ਦਿਨ ਗੁਰੂ ਜੀ ਨੇ ਸਿੱਖਾਂ ਨੂੰ ਸਿੱਖਿਆ ਦੇਣ ਵਾਸਤੇ ਸ਼ੇਰ ਦੀ ਖੱਲ ਰਾਤ ਸਮੇਂ ਇੱਕ ਗਧੇ ਉੱਤੇ ਪਾ ਕੇ ਬਾਹਰ ਖੇਤਾਂ ਵਿੱਚ ਛੱਡ ਦਿੱਤਾ। ਸ਼ੇਰ ਦਾ ਬਾਣਾ ਵੇਖ ਕੇ ਕੋਈ ਵੀ ਡਰਦਾ ਉਸ ਦੇ ਨੇੜੇ ਨਾ ਜਾਵੇ। 3-4 ਦਿਨ ਹਰੀਆਂ ਖੇਤੀਆਂ ਚਰ ਕੇ ਗਧਾ ਖੋਤਾ ਬਹੁਤ ਰੱਜਿਆ। ਇੱਕ ਦਿਨ ਰਾਤ ਸਮੇਂ ਆਪਣੇ ਮਾਲਕ ਘੁਮਿਆਰ ਦੇ ਘਰ ਅੱਗੇ ਆਣ ਕੇ ਖੜਾ ਹੋ ਗਿਆ। ਕੁਝ ਚਿਰ ਪਿੱਛੋਂ ਜਦ ਘੁਮਿਆਰ ਦੇ ਖੋਤੇ ਹੀਂਗੇ ਤਾਂ ਇਹ ਵੀ ਬਾਹਰੋਂ ਹੀਂਗਣ ਲੱਗ ਪਿਆ। ਜਦ ਘੁਮਿਆਰ ਨੇ ਉਸ ਨੂੰ ਵੇਖਿਆ ਤਾਂ ਉਸਨੇ ਉਸ ਉੱਤੋਂ ਸ਼ੇਰ ਦੀ ਖੱਲ ਲਾ ਕੇ 2-4 ਡੰਡੇ ਪਿੱਠੇ ਤੇ ਮਾਰ ਕੇ ਦੂਜੇ ਖੋਤਿਆਂ ਨਾਲ ਪੈਂਖੜ ਪਾ ਕੇ ਬੰਨ ਦਿੱਤਾ। ਇਹ ਗੱਲ ਸਾਰੇ ਲੋਕਾਂ ਵਿੱਚ ਫੈਲ ਗਈ ਕਿ ਜਿਸ ਨੂੰ ਸ਼ੇਰ ਸਮਝ ਕੇ ਲੋਕ ਡਰਦੇ ਸਨ, ਉਹ ਘੁਮਿਆਰ ਦਾ ਇੱਕ ਖੋਤਾ ਸੀ ਜਿਸ ਉੱਤੋਂ ਸ਼ੇਰ ਦੀ ਖੱਲ ਉਤਾਰ ਕੇ ਘੁਮਿਆਰ ਨੇ ਛੱਟ ਲੱਦ ਦਿੱਤੀ ਹੈ। ਇਹ ਗੱਲ ਸੁਣ ਕੇ ਗੁਰੂ ਜੀ ਨੇ ਸਿੱਖਾਂ ਨੂੰ ਦੱਸਿਆ ਕਿ ਇਹ ਤੁਹਾਨੂੰ ਬਾਣਾ ਦ੍ਰਿਸ਼ਟਾਦਵਾਰ ਸਮਝਾਇਆ ਹੈ ਕਿ ਜਿਸ ਤਰ੍ਹਾਂ ਇੱਕ ਖੋਤਾ ਸ਼ੇਰ ਦਾ ਬਾਣਾ ਧਾਰਨ ਕਰਕੇ ਲੋਕਾਂ ਦੇ ਖੇਤ ਖਾਂਦਾ ਰਿਹਾ ਅਤੇ ਉਸ ਨੂੰ ਸ਼ੇਰ ਸਮਝ ਕੇ ਉਸ ਦੇ ਨੇੜੇ ਕੋਈ ਨਾ ਗਿਆ, ਪਰ ਜਦ ਉਹ ਆਪਣੇ ਭਰਾਵਾਂ ਵਿੱਚ ਮਿਲ ਕੇ ਆਪਣੀ ਬੋਲੀ ਬੋਲਿਆ ਤਾਂ ਉਸ ਨੂੰ ਘੁਮਿਆਰ ਨੇ ਡੰਡੇ ਮਾਰ ਕੇ ਅੱਗੇ ਲਾ ਲਿਆ ਅਤੇ ਪਿੱਠ ਉੱਤੇ ਛੱਟ ਲੱਦ ਕੇ ਹੋਰ ਖੋਤਿਆਂ ਦੇ ਨਾਲ ਤੋਰ ਲਿਆ। ਇਸ ਤਰ੍ਹਾਂ ਹੀ ਸਿੱਖੀ ਬਾਣਾ ਹੈ, ਜਿਹੜਾ ਇਸ ਨੂੰ ਧਾਰਨ ਕਰਕੇ ਇਸ ਉੱਤੇ ਕਾਇਮ ਰਹੇਗਾ, ਉਸ ਪਾਸੋਂ ਸਾਰੇ ਲੋਕ ਭੈ ਖਾਣਗੇ। ਪਰ ਜਿਹੜਾ ਸਿੱਖੀ ਬਾਣੇ ਤੇ ਅਸੂਲਾਂ ਨੂੰ ਤਿਆਗ ਦੇਵੇਗਾ, ਉਸ ਉੱਤੇ ਸਭ ਕੋਈ ਆਪਣੇ ਹੁਕਮ ਦੀਆਂ ਛੱਟਾਂ ਲੱਦੇਗਾ ਅਤੇ ਬੋਲ ਕਬੋਲ ਦੇ ਡੰਡੇ ਮਾਰੇਗਾ। ਇਹ ਦ੍ਰਿਸ਼ਟਾ ਸੁਣ ਕੇ ਸਾਰੇ ਸਿੱਖਾਂ ਨੇ ਪ੍ਰਣ ਕੀਤਾ ਕਿ ਉਹ ਕਦੇ ਵੀ ਸਿੱਖੀ ਬਾਣੇ ਦੇ ਅਸੂਲਾਂ ਦਾ ਤਿਆਗ ਨਹੀਂ ਕਰਨਗੇ। ਸਤਿਗੁਰ ਜੀ ਨੇ ਸਿੱਖਾਂ ਨੂੰ ਸ਼ਸਤਰ ਧਾਰਨ ਦੇ ਗੁਣ ਦੱਸਦੇ ਹੋਏ ਕਿਹਾ ਕਿ ਰਾਜ ਭਾਗ ਸ਼ਸਤਰਾਂ ਦੇ ਅਧੀਨ ਹੁੰਦਾ ਹੈ, ਇਸ ਕਰਕੇ ਤੁਸੀਂ ਸ਼ਸਤਰਾਂ ਨੂੰ ਧਾਰਨ ਕਰੋ ਅਤੇ ਇਹਨਾਂ ਦੇ ਚਲਾਉਣ ਦਾ ਅਭਿਆਸ ਕਰੋ। ਜਿਹੜਾ ਪੁਰਸ਼ ਸ਼ਸਤਰਾਂ ਅਤੇ ਕੇਸਾਂ ਦਾ ਪੱਕਾ ਧਾਰਨੀ ਹੈ, ਉਹ ਸਾਰਾ ਸਿੱਖ ਹੈ, ਪਰ ਜਿਹੜਾ ਕੇਸ ਹੀ ਰੱਖਦਾ ਹੈ ਅਤੇ ਸ਼ਸਤਰ ਨਹੀਂ ਰੱਖਦਾ, ਉਹ ਅੱਧਾ ਸਿੱਖ ਹੈ। ਗਜਨੀ ਦੇ ਹਾਕਮ ਦੇ ਮੀਰ ਮੁਨਸ਼ੀ ਛੱਜੂ ਰਾਮ ਦੇ ਘਰ ਭਾਈ ਨੰਦ ਲਾਲ ਜੀ ਦਾ ਜਨਮ ਹੋਇਆ। ਜਦ ਇਹ 12 ਸਾਲ ਦੇ ਹੋਏ ਤਾਂ ਇਹਨਾਂ ਦੇ ਪਿਤਾ ਨੇ ਇਹਨਾਂ ਨੂੰ ਵੈਰਾਗੀਆਂ ਦਾ ਚੇਲਾ ਬਣਾ ਦਿੱਤਾ। 18 ਸਾਲ ਦੀ ਉਮਰ ਤੱਕ ਭਾਈ ਨੰਦ ਲਾਲ ਜੀ ਫਾਰਸੀ ਇਲਮ ਪੜ੍ਹ ਕੇ ਫਾਰਸੀ ਦੇ ਚੰਗੇ ਸ਼ਾਇਰ ਹੋ ਗਏ। ਆਪ ਜੀ ਨੇ ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਸੁਣੀ ਕਿ ਆਪ ਜੀ ਕਵੀਆਂ ਦੇ ਬੜੇ ਕਦਰਦਾਨ ਹਨ, ਤਾਂ ਆਪ ਜੀ ਆਨੰਦਪੁਰ ਆ ਗਏ ਅਤੇ ਸਤਿਗੁਰ ਜੀ ਦੀ ਹਾਜ਼ਰੀ ਭਰ ਕੇ ਦਰਸ਼ਨ ਕਰਕੇ ਬੜੇ ਪ੍ਰਸੰਨ ਹੋਏ। ਬਹੁਤ ਸਮਾਂ ਆਪ ਜੀ ਪਾਸ ਟੇਕ ਕੇ ਗੁਰੂ ਜੀ ਦੀ ਮਹਿਮਾ ਉਪਮਾ ਵਿੱਚ ਕਵਿਤਾ ਲਿਖ ਕੇ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਦੇ ਰਹੇ। ਭਾਈ ਜੀ ਨੇ ਇੱਕ ਪੁਸਤਕ ਆਪ ਜੀ ਦੀ ਮਹਿਮਾ ਵਿੱਚ ਲਿਖ ਕੇ ਉਸ ਦਾ ਨਾਮ ਬੰਦਗੀਨਾਮਾ ਰੱਖਿਆ, ਪਰ ਗੁਰੂ ਜੀ ਨੇ ਉਸ ਨੂੰ ਪੜ੍ਹ ਕੇ ਬਚਨ ਕੀਤਾ, ਇਹ ਬੰਦਗੀਨਾਮਾ ਨਹੀਂ, ਇਹ ਜ਼ਿੰਦਗੀਨਾਮਾ ਹੈ। ਇਸ ਨੂੰ ਪੜ੍ਹ ਕੇ ਪੁਰਸ਼ ਦੀ ਜ਼ਿੰਦਗੀ ਸੁਖਮਣੀ ਹੋ ਜਾਂਦੀ ਹੈ। ਇਸ ਤਰ੍ਹਾਂ ਭਾਈ ਨੰਦ ਲਾਲ ਜੀ ਨੇ ਜਿਨ੍ਹਾਂ ਦਾ ਤਖਲੱਸ ਗੋਇਆ ਸੀ, ਹੋਰ ਵੀ ਬਹੁਤ ਪੁਸਤਕਾਂ ਲਿਖ ਕੇ ਗੁਰੂ ਜੀ ਦੇ ਭੇਟ ਕੀਤੀਆਂ। ਆਨੰਦਪੁਰ ਵਿੱਚ ਸਿੱਖ ਸੰਗਤਾਂ ਨੇ ਆਪੋ ਆਪਣੇ ਡੇਰਿਆਂ ਵਿੱਚ ਲੰਗਰ ਲਾਏ ਹੋਏ ਸਨ। ਜਦ ਗੁਰੂ ਜੀ ਨੇ ਇਹਨਾਂ ਦੀ ਸੋਭਾ ਸੁਣੀ ਕਿ ਗੁਰੂ ਕੀ ਨਗਰੀ ਵਿੱਚ ਆਉਣ ਵਾਲਾ ਕੋਈ ਵੀ ਰੋਟੀ ਤੋਂ ਭੁੱਖਾ ਨਹੀਂ ਰਹਿੰਦਾ, ਤਾਂ ਇੱਕ ਰਾਤ ਸਮੇਂ ਗੁਰੂ ਜੀ ਆਪ ਇੱਕ ਗਰੀਬੜੇ ਸਿੱਖ ਦਾ ਭੇਸ ਧਾਰ ਕੇ ਇਹਨਾਂ ਦੀ ਪ੍ਰੀਖਿਆ ਕਰਨ ਵਾਸਤੇ ਤੁਰ ਪਏ। ਇੱਕ ਸਿੱਖ ਦੇ ਡੇਰੇ ਜਾ ਕੇ ਆਪ ਜੀ ਨੇ ਕਿਹਾ, ਸਾਨੂੰ ਬਹੁਤ ਭੁੱਖ ਲੱਗੀ ਹੈ, ਛੇਤੀ ਭੋਜਨ ਦਿਓ। ਉਸਨੇ ਕਿਹਾ, ਕੁਝ ਚਿਰ ਬੈਠ ਜਾਓ, ਭੋਜਨ ਤਿਆਰ ਹੋ ਰਿਹਾ ਹੈ, ਮਿਲ ਜਾਏਗਾ। ਉਸ ਤੋਂ ਹਟ ਕੇ ਆਪ ਜੀ ਦੂਸਰੇ ਸਿੱਖ ਦੇ ਡੇਰੇ ਚਲੇ ਗਏ ਅਤੇ ਭੋਜਨ ਮੰਗਿਆ ਤਾਂ ਉਸਨੇ ਕਿਹਾ, ਦਾਲ ਭਾਜੀ ਤਿਆਰ ਹੋ ਰਹੀ ਹੈ, ਫਿਰ ਆਣ ਕੇ ਭੋਜਨ ਛਕ ਲੈਣਾ। ਫਿਰ ਆਪ ਜੀ ਤੀਜੇ ਚੌਥੇ ਸਿੱਖਾਂ ਦੇ ਡੇਰੇ ਭੋਜਨ ਲੈਣ ਵਾਸਤੇ ਗਏ ਤਾਂ ਇੱਕ ਨੇ ਕਿਹਾ, ਆਨੰਦ ਸਾਹਿਬ ਦਾ ਪਾਠ ਤੇ ਅਰਦਾਸ ਕਰਕੇ ਫਿਰ ਲੰਗਰ ਵਰਤੇਗਾ। ਦੂਜੇ ਨੇ ਕਿਹਾ, ਸਾਰੀ ਸੰਗਤ ਇਕੱਠੀ ਹੋ ਜਾਏਗੀ ਤਾਂ
ਪੰਗਤਾਂ ਲਾ ਕੇ ਲੰਗਰ ਵਰਤਾਇਆ ਜਾਏਗਾ। ਆਪ ਬੈਠ ਜਾਓ, ਸੰਗਤ ਇਕੱਠੀ ਹੋ ਲਵੇ। ਉਪਰੰਤ ਆਪ ਜੀ ਨੇ ਜਦ ਭਾਈ ਨੰਦ ਲਾਲ ਦੇ ਡੇਰੇ ਜਾ ਕੇ ਭੋਜਨ ਮੰਗਿਆ ਤਾਂ ਭਾਈ ਜੀ ਨੇ ਜੋ ਕੁਝ ਤਿਆਰ ਸੀ ਗੁਰੂ ਜੀ ਅੱਗੇ ਲਿਆ ਕੇ ਰੱਖ ਦਿੱਤਾ। ਗੁਰੂ ਜੀ ਛਕ ਕੇ ਬੜੇ ਪ੍ਰਸੰਨ ਹੋਏ ਅਤੇ ਆਪਣੇ ਮਹਿਲਾਂ ਵਿੱਚ ਆ ਗਏ। ਦੂਸਰੇ ਦਿਨ ਜਦ ਫਿਰ ਸਿੱਖਾਂ ਦੇ ਲੰਗਰ ਦੀਆਂ ਗੱਲਾਂ ਛਿੜੀਆਂ ਤਾਂ ਗੁਰੂ ਜੀ ਨੇ ਆਪਣੀ ਰਾਤ ਦੀ ਸਾਰੀ ਵਾਰਤਾ ਸੁਣ ਕੇ ਦੱਸਿਆ ਕਿ ਸਾਨੂੰ ਕੇਵਲ ਭਾਈ ਨੰਦ ਲਾਲ ਦੇ ਲੰਗਰ ਤੋਂ ਹੀ ਭੋਜਨ ਮਿਲਿਆ ਹੈ। ਬਾਕੀ ਸਭ ਨੇ ਕੋਈ ਨਾ ਕੋਈ ਗੱਲ ਕਰਕੇ ਸਾਨੂੰ ਲੰਗਰ ਨਹੀਂ ਛਕਾਇਆ। ਜਿਹੜਾ ਸਿੱਖ ਭੁੱਖੇ ਨੂੰ ਸ਼ੀਘਰ ਹੀ ਭੋਜਨ ਦੇਣ ਦਾ ਯਤਨ ਕਰਦਾ ਹੈ ਉਹੀ ਸਿੱਖ ਸਾਨੂੰ ਪਿਆਰਾ ਹੈ। ਭੁੱਖੇ ਨੂੰ ਅੰਨ ਜਲ ਦੇਣ ਨਾਲ ਪ੍ਰਾਣ ਭਰ ਜਾਂਦੇ ਹਨ। ਉਸ ਦਾ ਪੁੰਨ ਫਲ ਸਾਰੇ ਦਾਨਾਂ ਨਾਲੋਂ ਬਹੁਤਾ ਹੈ। ਸਤਿਗੁਰ ਜੀ ਪਾਸੋਂ ਅੰਨਦਾਨ ਦੀ ਮਹਿਮਾ ਸੁਣ ਕੇ ਸਭ ਨੇ ਪ੍ਰਾਣ ਕਰ ਲਿਆ ਕਿ ਅੱਗੇ ਤੋਂ ਕਿਸੇ ਨੂੰ ਵੀ ਭੁੱਖਾ ਨਹੀਂ ਮੋੜਿਆ ਜਾਵੇਗਾ। ਇਸ ਤਰ੍ਹਾਂ ਹੀ ਸਿੱਖਾਂ ਨੂੰ ਦਰਸ਼ਨ ਉਪਦੇਸ਼ ਕਰਕੇ ਨਿਹਾਲ ਕਰਦਿਆਂ ਨੂੰ ਫੱਗਣ ਦਾ ਮਹੀਨਾ ਆ ਗਿਆ। ਹੋਲੇ ਵਾਲੇ ਦਿਨ ਗੁਰੂ ਜੀ ਨੇ ਪਹਿਲਾਂ ਦੀਵਾਨ ਲਗਾਇਆ, ਜਿਸ ਵਿੱਚ ਰਾਗੀਆਂ ਨੇ ਕੀਰਤਨ ਕੀਤਾ ਅਤੇ ਸਭ ਸੰਗਤਾਂ ਹੋਲਾ ਖੇਡਣ ਤੇ ਵੇਖਣ ਦਾ ਚਾਅ ਕਰਕੇ ਬੜੇ ਉਤਸ਼ਾਹ ਨਾਲ ਦੀਵਾਨ ਵਿੱਚ ਇਕੱਤਰ ਆਣ ਹੋਈਆਂ। ਦੀਵਾਨ ਦੀ ਸਮਾਪਤੀ ਉਪਰੰਤ ਗੁਰੂ ਜੀ ਨੇ ਹੋਲੇ ਦਾ ਆਰੰਭ ਆਪਣੇ ਹੱਥ ਨਾਲ ਕਰਕੇ ਫਿਰ ਸੰਗਤਾਂ ਨੂੰ ਹੁਕਮ ਕੀਤਾ ਕਿ ਸਾਰੇ ਟੋਲੀਆਂ ਬਣਾ ਕੇ ਹੋਲਾ ਖੇਡੋ। ਸਿੱਖ ਬੜੇ ਉਤਸ਼ਾਹ ਨਾਲ ਟੋਲੀਆਂ ਬਣਾ ਕੇ ਸੁੱਕੇ ਰੰਗ ਦੀਆਂ ਮੁੱਠਾਂ ਭਰ ਕੇ ਇੱਕ ਦੂਜੇ ਉੱਤੇ ਸੁੱਟਣ ਲੱਗੇ। ਇਹ ਨਗਾਰਾ ਵੇਖਣ ਵਾਲੇ ਨੂੰ ਇਉਂ ਜਾਪਣ ਲੱਗਾ ਕਿ ਜਿਵੇਂ ਕਿਸੇ ਵੱਡੇ ਜੰਗ ਦੀ ਲੜਾਈ ਹੋ ਰਹੀ ਹੋਵੇ ਤੇ ਯੋਧੇ ਫੱਟੜ ਹੋ ਕੇ ਖੂਨ ਨਾਲ ਲੱਥ-ਪੱਥ ਬਹਿਰੀ ਉੱਤੇ ਸ਼ਸਤਰਾਂ ਦੇ ਵਾਰ ਕਰ ਰਹੇ ਹੋਣ। ਇਸ ਖੇਡ ਦੀ ਸਮਾਪਤੀ ਉਪਰੰਤ ਗੁਰੂ ਜੀ ਸੰਗਤ ਸਹਿਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਸਥਾਨ ਦਮਦਮੇ ਸਾਹਿਬ ਪਹੁੰਚ ਕੇ ਦੀਵਾਨ ਸਜਾ ਕੇ ਬੈਠ ਗਏ। ਦੀਵਾਨ ਸਜਾ ਹੀ ਸੀ ਕਿ ਸੁਥਰੇ ਸ਼ਾਹ ਆਪਣਾ ਸਾਰਾ ਸਰੀਰ ਕਾਲਾ ਕਰਕੇ ਆ ਗਿਆ ਅਤੇ ਗੁਰੂ ਸਾਹਿਬ ਦੇ ਦੀਵਾਨ ਦੀ ਪਰਿਕਰਮਾ ਕਰਨ ਲੱਗ ਪਿਆ। ਗੁਰੂ ਜੀ ਸੁਥਰੇ ਨੂੰ ਇਸ ਰੂਪ ਵਿੱਚ ਵੇਖ ਕੇ ਬੜੇ ਪ੍ਰਸੰਨ ਹੋਏ ਅਤੇ ਪਾਸ ਸੱਦ ਕੇ ਪੁੱਛਿਆ ਕਿ ਤੂੰ ਇਹ ਭੇਸ ਕਿਉਂ ਕੀਤਾ ਹੈ। ਅੱਗੋਂ ਸੁਥਰੇ ਨੇ ਹੱਥ ਜੋੜ ਕੇ ਆਖਿਆ, ਮਹਾਰਾਜ, ਇਸ ਸਮੇਂ ਆਪ ਜੀ ਦੀ ਸੰਗਤ ਸਹਿਤ ਬੜੇ ਸੁੰਦਰ ਸੋਭ ਰਹੇ ਹੋ, ਇਸ ਕਰਕੇ ਮੈਂ ਆਪਣਾ ਸਰੀਰ ਕਾਲਾ ਕਰਕੇ ਸੰਗਤ ਦੇ ਚੁਪੇਰੇ ਫਿਰ ਰਿਹਾ ਹਾਂ ਕਿ ਕਿਸੇ ਪਹਾੜੀਏ ਦੀ ਨਜ਼ਰ ਨਾ ਲੱਗ ਜਾਵੇ। ਸੁਥਰੇ ਸ਼ਾਹ ਦੀ ਇਹ ਦਲੀਲ ਸੁਣ ਕੇ ਗੁਰੂ ਜੀ ਨੇ ਸੁਥਰੇ ਸ਼ਾਹ ਤੇ ਬੜੀ ਪ੍ਰਸੰਨਤਾ ਪ੍ਰਗਟ ਕੀਤੀ ਅਤੇ ਮੂੰਹ ਮੰਗਿਆ ਪਦਾਰਥ ਦਿੱਤਾ। ਖਾਲਸਾ ਜੀ ਦੀ ਰਹਿਣੀ ਬਹਿਣੀ ਤੇ ਚੜ੍ਹਦੀ ਕਲਾ ਨੂੰ ਵੇਖ ਕੇ ਹਿੰਦੂ ਅਤੇ ਤੁਰਕ ਦੋਵੇਂ ਹੀ ਈਰਖਾ ਕਰਨ ਲੱਗੇ ਕਿ ਇਹ ਸਭ ਤੋਂ ਨਿਰਾਲੇ ਹੀ ਰਹਿੰਦੇ ਹਨ ਅਤੇ ਕਿਸੇ ਦੀ ਪਰਵਾਹ ਨਹੀਂ ਕਰਦੇ। ਇਹਨਾਂ ਨੇ ਨਵਾਂ ਹੀ ਰੂਪ ਧਾਰਨ ਕਰ ਲਿਆ ਹੈ। ਸਿਰ ਉੱਤੇ ਕੇਸ ਅਤੇ ਮੂੰਹ ਉੱਤੇ ਦਾੜੀ ਮੁੱਛਾਂ ਰੱਖ ਕੇ ਨਿਰੇ ਸ਼ੇਰ ਜਾਪਦੇ ਹਨ। ਸ਼ਸਤਰ ਪਹਿਨਦੇ ਅਤੇ ਘੋੜੇ ਦੀ ਸਵਾਰੀ ਕਰਦੇ ਹਨ। ਕਿਸੇ ਦਾ ਦਬਦਬਾ ਨਹੀਂ ਮੰਨਦੇ। ਰਾਤ ਦਿਨ ਆਪਣੇ ਗੁਰੂ ਦੀ ਕਲਾਮ ਪੜ੍ਹਦੇ ਰਹਿੰਦੇ ਹਨ। ਜਦ ਇਸ ਗੱਲ ਦਾ ਗੁਰੂ ਜੀ ਨੂੰ ਪਤਾ ਲੱਗਾ ਤਾਂ ਆਪ ਜੀ ਨੇ ਹੱਸ ਕੇ ਫਰਮਾਇਆ, ਇਹ ਖਾਲਸਾ ਪੰਥ ਹਿੰਦੂ ਤੁਰਕਾਂ ਦੋਵਾਂ ਦੀ ਅੱਖ ਵਿੱਚ ਤੀਲੇ ਵਾਂਗੂ ਰੜਕਦਾ ਹੈ। ਹੁਣ ਇਹ ਕੱਖ ਇਹਨਾਂ ਦੀਆਂ ਅੱਖਾਂ ਵਿੱਚੋਂ ਨਿਕਲ ਨਹੀਂ ਸਕਦਾ। ਖਾਲਸਾ ਸਦਾ ਸੁਰਜੀਤ ਰਹੇਗਾ ਅਤੇ ਆਪਣੇ ਦੋਖੀਆਂ ਨੂੰ ਡੰਡੇ ਨਾਲ ਕਾਬੂ ਕਰੇਗਾ। ਇੱਕ ਦਿਨ ਗੁਰੂ ਜੀ ਦੇ ਦੀਵਾਨ ਸਮੇਂ ਇੱਕ ਭੰਡਾਂ ਦੀ ਟੋਲੀ ਆਈ। ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ, ਜੇ ਹੁਕਮ ਕਰੋ ਤਾਂ ਅਸੀਂ ਮਸੰਦਾਂ ਦੀ ਨਕਲ ਲਾ ਕੇ ਤੁਹਾਨੂੰ ਵਿਖਾਈਏ। ਜਦ ਗੁਰੂ ਜੀ ਨੇ ਆਗਿਆ ਦੇ ਦਿੱਤੀ ਤਾਂ ਇੱਕ ਭੰਡ ਨੇ ਮਸੰਦ ਦਾ ਭੇਸ ਧਾਰ ਲਿਆ, ਗਲ ਵਿੱਚ ਵੱਡਾ ਸਾਰਾ ਚੋਲਾ ਪਾ ਲਿਆ, ਇੱਕ ਵੇਸਵਾ ਆਪਣੇ ਨਾਲ ਲੈ ਲਈ ਅਤੇ ਘੋੜੀ ਉੱਤੇ ਚੜ੍ਹ ਕੇ ਦੋ ਨੌਕਰਾਂ ਸਹਿਤ ਕਾਰਪੇਟ ਲੈਣ ਵਾਸਤੇ ਇੱਕ ਸਿੱਖ ਦੇ ਘਰ ਚਲਿਆ ਗਿਆ। ਸਿੱਖ ਨੇ ਆਪਣੀ ਬੋਟੀ ਦੀ ਨੱਥ ਵੇਚ ਕੇ ਮਸੰਦ ਦੀ ਮਰਜ਼ੀ ਅਨੁਸਾਰ ਜਦ ਮਾਸ ਸ਼ਰਾਬ ਹਾਜ਼ਰ ਕਰ ਦਿੱਤਾ ਤਾਂ ਉਸਨੇ ਵੇਸਵਾ ਨਾਲ ਬੈਠ ਕੇ ਇਹ ਖਾਣਾ ਖਾਧਾ। ਉਪਰੰਤ ਜਦ ਸਿੱਖ ਨੇ 1 ਰੁਪਈਆ ਮੱਥਾ ਟੇਕਿਆ ਤਾਂ ਮਸੰਦ ਨੇ ਰੁਪਈਆ ਗਵਾ ਮਾਰਿਆ ਅਤੇ ਸਿੱਖ ਨੂੰ ਗਾਲਾਂ ਕੱਢਦਾ ਹੋਇਆ ਵੇਸਵਾ ਨੂੰ ਨਾਲ ਲੈ ਕੇ ਡੇਰੇ ਨੂੰ ਚਲਿਆ ਗਿਆ।
ਇਸ ਤਰ੍ਹਾਂ ਦੀਆਂ ਨਕਲਾਂ ਵੇਖ ਕੇ ਗੁੱਸੇ ਨਾਲ ਸਤਿਗੁਰੂ ਜੀ ਦੇ ਨੇਤਰ ਲਾਲ ਹੋ ਗਏ। ਸਤਿਗੁਰੂ ਜੀ ਨੇ ਸਭ ਮਸੰਦਾਂ ਨੂੰ ਹੁਕਮਨਾਮੇ ਭੇਜ ਕੇ ਆਨੰਦਪੁਰ ਸੱਦ ਲਿਆ। ਹੁਕਮਨਾਮੇ ਪੜ੍ਹ ਕੇ ਸਾਰੇ ਮਸੰਦ ਗੁਰੂ ਜੀ ਪਾਸ ਆ ਗਏ ਅਤੇ ਜਿਨ੍ਹਾਂ ਦੇ ਸ਼ਰਨ ਗ੍ਰਹਿਣ ਕਰਕੇ ਮਾਫੀਆਂ ਮੰਗ ਲਈਆਂ, ਉਹਨਾਂ ਨੂੰ ਗੁਰੂ ਜੀ ਨੇ ਮਾਫ ਕਰਕੇ ਛੱਡ ਦਿੱਤਾ ਅਤੇ ਅੱਗੇ ਤੋਂ ਸਿੱਖੀ ਦੀ ਕਾਰ ਭੇਟ ਲੈਣ ਤੋਂ ਸਭ ਨੂੰ ਮਨਾ ਕਰ ਦਿੱਤਾ। ਜਦ ਗੁਰੂ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਨੱਕੇ ਦੇਸ਼ ਦਾ ਮਸੰਦ ਭਾਈ ਫੇਰੂ ਆਪ ਜੀ ਦੇ ਹੁਕਮ ਅਨੁਸਾਰ ਹਾਜ਼ਰ ਨਹੀਂ ਹੋਇਆ, ਤਾਂ ਆਪ ਜੀ ਨੇ ਭਾਈ ਫੇਰੂ ਨੂੰ ਫੜ ਕੇ ਲਿਆਉਣ ਵਾਸਤੇ ਆਪਣੇ 5 ਸਿੱਖ ਭੇਜ ਦਿੱਤੇ ਅਤੇ ਕਿਹਾ ਉਸ ਨੂੰ ਮੁਸ਼ਕਾਂ ਬੰਨ੍ਹ ਕੇ ਸਾਡੇ ਹਜ਼ੂਰ ਲਿਆਓ। ਸਿੱਖਾਂ ਨੇ ਜਦ ਭਾਈ ਫੇਰੂ ਦੇ ਡੇਰੇ ਪਹੁੰਚ ਕੇ ਗੁਰੂ ਜੀ ਦਾ ਹੁਕਮ ਦੱਸਿਆ ਤਾਂ ਭਾਈ ਜੀ ਨੇ ਕਿਹਾ, ਮੇਰੇ ਧੰਨ ਭਗ ਹਨ, ਮੈਨੂੰ ਗੁਰੂ ਜੀ ਨੇ ਯਾਦ ਕੀਤਾ ਹੈ। ਮੈਂ ਭੁੱਲ ਕੀਤੀ ਹੈ ਜੋ ਮੈਂ ਗੁਰੂ ਜੀ ਪਾਸ ਪਹਿਲਾਂ ਨਹੀਂ ਗਿਆ। ਮੇਰੀਆਂ ਮੁਸ਼ਕਾਂ ਬੰਨ੍ਹ ਕੇ ਗੁਰੂ ਜੀ ਪਾਸ ਮੈਨੂੰ ਲੈ ਚੱਲੋ। ਭਾਈ ਫੇਰੂ ਜੀ ਦੇ ਇਹ ਮਿੱਠੇ ਬਚਨ ਸੁਣ ਕੇ ਸਿੱਖਾਂ ਨੇ ਆਖਿਆ, ਤੁਸੀਂ ਸਾਡੇ ਨਾਲ ਚੱਲੋ, ਅਸੀਂ ਤੁਹਾਨੂੰ ਕਸ਼ਟ ਦੇ ਕੇ ਨਹੀਂ ਲਿਜਾਣਾ ਚਾਹੁੰਦੇ। ਇਹ ਗੱਲ ਸੁਣ ਕੇ ਭਾਈ ਫੇਰੂ ਜੀ ਤਿਆਰ ਹੋ ਕੇ ਸਿੱਖਾਂ ਦੇ ਨਾਲ ਤੁਰ ਪਏ। ਆਨੰਦਪੁਰ ਦੇ ਪਾਸ ਜਾ ਕੇ ਭਾਈ ਜੀ ਨੇ ਗੁਰੂ ਜੀ ਦੇ ਹੁਕਮ ਅਨੁਸਾਰ ਆਪਣੇ ਹੱਥ ਬਣਾ ਲਏ ਅਤੇ ਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋ ਗਏ। ਸਿੱਖਾਂ ਪਾਸੋਂ ਸਾਰੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ, ਇਹ ਦੂਸਰੇ ਮਸੰਦਾਂ ਵਾਂਗੂ ਮਨ ਦਾ ਖੋਟਾ ਨਹੀਂ ਹੈ। ਇਹ ਗੁਰੂ ਜੀ ਦੀ ਓਟ ਲੈ ਕੇ ਲੰਗਰ ਚਲਾਉਂਦਾ ਹੈ, ਇਸ ਨੂੰ ਛੱਡ ਦਿਓ। ਉਪਰੰਤ ਗੁਰੂ ਜੀ ਨੇ ਭਾਈ ਜੀ ਨੂੰ ਕਿਹਾ ਕਿ ਇੱਕ ਵਾਰ ਸ੍ਰੀ ਗੁਰੂ ਹਰਿ ਰਾਏ ਜੀ ਨੇ ਤੁਹਾਨੂੰ ਕਿਹਾ ਸੀ ਕਿ ਖੀਸਾ ਮੇਰਾ ਹੈ ਅਤੇ ਹੱਥ ਤੁਹਾਡਾ ਹੈ, ਵਰਤੋ ਅਤੇ ਖਰਚੋ। ਹੁਣ ਅੱਗੇ ਤੋਂ ਖੀਸਾ ਵੀ ਤੁਹਾਡਾ ਅਤੇ ਹੱਥ ਵੀ ਤੁਹਾਡਾ ਹੀ ਹੋਵੇਗਾ। ਭਲੀ ਭਾਂਤ ਦੇਗ ਚਲਾਓ ਅਤੇ ਸੰਗਤ ਨਾਲ ਮੇਲ ਰੱਖੋ। ਭਾਈ ਫੇਰੂ ਜੀ ਨੇ ਹੱਥ ਜੋੜ ਕੇ ਕਿਹਾ, ਗੁਰੂ ਜੀ, ਖੀਸਾ ਅਤੇ ਹੱਥ ਦੋਵੇਂ ਹੀ ਤੁਹਾਡੇ ਹਨ। ਮੇਰੇ ਵਿੱਚ ਕੋਈ ਦੋਸ਼ ਹੋਵੇ ਤਾਂ ਮੇਰੇ ਮਾਲਕ ਬਣ ਕੇ ਮੈਨੂੰ ਉਸ ਦੀ ਸਜ਼ਾ ਦਿਓ। ਖੋਟੇ ਜਾਂ ਖਰੇ ਅਸੀਂ ਸਦਾ ਭੁੱਲਣਹਾਰ ਤੁਹਾਡੇ ਹੀ ਹਾਂ। ਭਾਈ ਦੁਨੀ ਚੰਦ ਭਾਈ ਸ਼ਾਲੋ ਦਾ ਪੁੱਤਰ ਸੀ। ਇਹ ਅਤੇ ਭਾਈ ਨੰਦ ਚੰਦ ਦੋਵੇਂ ਮਾਝੇ ਦੇ ਮਸੰਦ ਸਨ। ਸਤਿਗੁਰੂ ਜੀ ਨੇ ਇਹਨਾਂ ਨੂੰ ਵੀ ਅੱਗੇ ਤੋਂ ਸਿੱਖਾਂ ਪਾਸੋਂ ਕਾਰਪੇਟ ਲੈਣ ਤੋਂ ਰੋਕ ਦਿੱਤਾ। ਉਪਰੰਤ ਇਹ ਦੋਵੇਂ ਗੁਰੂ ਜੀ ਤੋਂ ਬੇਮੁਖ ਹੋ ਕੇ ਬੁਰੀ ਮੌਤੇ ਮਰੇ। ਦੁਨੀ ਚੰਦ ਗੁਰੂ ਜੀ ਦਾ ਹੁਕਮ ਮੰਨ ਕੇ ਪਹਾੜੀਆਂ ਦੇ ਹਾਥੀ ਨਾਲ ਲੜਨ ਦੀ ਥਾਂ ਰਾਤ ਨੂੰ ਚੋਰੀ ਕਿਲੇ ਦੀ ਕੰਧ ਟੱਪ ਕੇ ਲੱਤ ਤੜਵਾ ਕੇ ਆਪਣੇ ਘਰ ਅੰਮ੍ਰਿਤਸਰ ਆ ਗਿਆ। ਰਾਤ ਨੂੰ ਹਨੇਰੇ ਵਿੱਚ ਸੱਪ ਲੜ ਕੇ ਮਰ ਗਿਆ। ਭਾਈ ਨੰਦ ਚੰਦ ਉਦਾਸੀ ਸਾਧੂਆਂ ਦਾ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ 10 ਤਖਤ ਕਰਵਾਉਣ ਦੇ ਬਹਾਨੇ ਚੋਰੀ ਲੈ ਕੇ ਕਰਤਾਰਪੁਰ ਬਾਬਾ ਧੀਰ ਮੱਲ ਜੀ ਪਾਸ ਆ ਗਿਆ। ਧੀਰ ਮੱਲ ਨੇ ਆਪਣੇ ਨਿਕਟ ਵਰਤੀ ਮਸੰਦਾਂ ਤੋਂ ਪੁੱਛਿਆ, ਇਸ ਨੂੰ ਆਪਣੇ ਪਾਸ ਰੱਖਣਾ ਚਾਹੀਦਾ ਹੈ ਕਿ ਨਹੀਂ? ਪਰ ਉਸ ਦੇ ਮਸੰਦਾਂ ਨੇ ਕਿਹਾ, ਇਹ ਕਿਸੇ ਕਪਟ ਕਰਕੇ ਤੁਹਾਡੇ ਪਾਸ ਆਇਆ ਹੈ। ਇਹ ਗੁਰੂ ਗੋਬਿੰਦ ਸਿੰਘ ਤੁਹਾਡੇ ਬੈਰੀ ਦਾ ਵੱਡਾ ਕਾਰਦਾਰ ਹੈ, ਤੁਹਾਡੀ ਜਜ਼ੂਸੀ ਕਰਨ ਆਇਆ ਹੈ। ਇਸ ਨੂੰ ਮਰਵਾ ਦੇਣਾ ਹੀ ਚੰਗਾ ਹੈ। ਇਹ ਵਿਚਾਰ ਮੰਨ ਕੇ ਧੀਰ ਮੱਲ ਨੇ ਆਪਣੇ ਆਦਮੀ ਪਾਸੋਂ ਨੰਦ ਚੰਦ ਨੂੰ ਧੋਖੇ ਨਾਲ ਮਰਵਾ ਦਿੱਤਾ। ਇਸ ਦੇ ਸੇਵਕਾਂ ਨੇ ਇਸ ਦੇ ਮਿੱਤਰਕ ਸਰੀਰ ਨੂੰ ਪਿੰਡ ਕਾਲੇ ਸੰਢਾ ਜਾ ਸੰਸਕਾਰਿਆ।